ਆਮ ਤੌਰ ਤੇ ਹਰ ਇੱਕ ਸਿੱਖ ਹੀ ਥੋੜੇ ਥੋੜੇ ਸਮੇਂ ਬਾਅਦ ਇੱਕ ਸ਼ਬਦ ਸੁਣਦਾ ਰਹਿੰਦਾ ਹੈ, ਬੰਦੀ ਸਿੰਘਾਂ ਦੀ ਰਿਹਾਈ। ਪਰ ਅਸੀਂ ਇਸ ਨੂੰ ਕਦੀ ਵੀ ਓਨੀ ਗੰਭੀਰਤਾ ਨਾਲ ਨਹੀਂ ਲਿਆ ਜਿੰਨਾ ਗੰਭੀਰ ਇਹ ਵਿਸ਼ਾ ਹੈ। ਸੱਚਮੁੱਚ ਹੀ ਸੈਂਕੜੇ ਅਜਿਹੇ ਸਿੱਖ ਨੇ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਡੱਕੇ ਹੋਏ ਨੇ। ਸੋ ਅਜਿਹੇ ਸਿੱਖਾਂ ਦੀ ਰਿਹਾਈ ਦੇ ਲਈ ਸਿੱਖ ਸੰਯੁਕਤ ਹੋ ਕੇ ਇਕੱਠੇ ਹੋ ਕੇ ਕੀ ਯਤਨ ਕਰ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਕੀਤਾ ਜਾ ਰਿਹਾ, ਇਸ ਬਾਰੇ ਜਾਣਕਾਰੀ ਦੇਣਗੇ ਸਾਡੇ ਨਾਲ ਮੌਜੂਦ ਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਸਰਦਾਰ ਭਗਵੰਤ ਸਿੰਘ ਸਿਆਲਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਪਹਿਲਾਂ ਤਾਂ ਇਹ ਵਿਸ਼ਾ ਹੀ ਜਿਹੜਾ ਨਾ ਜੀ ਬੰਦੀ ਸਿੰਘਾਂ ਵਾਲਾ, ਵੇਖੋ ਇਹ ਜਿੰਨੇ ਵੀ ਸਿੱਖ ਨੌਜਵਾਨ ਨੇ ਅੱਜ ਬਿਰਧ ਹੋ ਗਏ ਨੇ, ਇਹਨਾਂ ਦਾ ਕਿਸੇ ਗਵਰਨਮੈਂਟ ਨਾਲ ਕਿਸੇ ਵਿਅਕਤੀ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਸੀ ਇਹਨਾਂ ਦਾ ਹੈਗਾ। ਨਾ ਇਹਨਾਂ ਦੇ ਕਿਸੇ ਨਿੱਜੀ ਵੈਰ ਵਿਰੋਧ ਕਰਕੇ ਇਹ ਜਿਹੜਾ ਉਹ ਐਕਸ਼ਨ ਹੋਏ ਤੇ ਜਾਂ ਉਹਨਾਂ ਐਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਜ਼ਾਵਾਂ ਹੋਈਆਂ। ਚਲੋ ਕਾਨੂੰਨੀ ਪ੍ਰਕਿਰਿਆ ਉਹਦੇ ਵਿੱਚ ਜਦੋਂ ਇਹਨਾਂ ਨੇ ਕੋਈ ਐਕਸ਼ਨ ਕੀਤੇ ਵੀ ਤਾਂ ਉਹ ਇਸ ਕਰਕੇ ਨਹੀਂ ਕੀਤੇ ਵੀ ਇਹਨਾਂ ਨੂੰ ਕੋਈ ਇਹ ਹੈਗਾ ਵੀ ਅਸੀਂ ਇਹਦੇ 'ਚੋਂ ਬਚ ਜਾਵਾਂਗੇ, ਨਿੱਜੀ ਸਵਾਰਥ ਵੀ ਨਹੀਂ ਹੈਗਾ ਅਤੇ ਆਪਣੀ ਬਚ ਜਾਣ ਦਾ ਵੀ ਜਿਹੜਾ ਉਹ ਕੋਈ ਇਹਨਾਂ ਨੂੰ ਖਾਸ ਲੈ ਕੇ ਨਹੀਂ ਸੀ ਤੁਰੇ। ਪਰ ਫਿਰ ਵੀ ਇੱਕ ਕਾਨੂੰਨ ਦੀ ਗੱਲ ਆ, ਸੰਵਿਧਾਨ ਦੀ ਗੱਲ ਆ, ਮੁਲਕਾਂ ਦੀਆਂ ਪਾਲਸੀਆਂ ਦੀ ਗੱਲ ਆ, ਇੱਕ ਵੈਸੇ ਨੈਚੁਰਲ ਜਸਟਿਸ ਦੀ ਗੱਲ ਹੈ, ਕੁਦਰਤੀ ਇਨਸਾਫ ਵੀ ਇਹ ਗੱਲ ਕਹਿੰਦਾ ਕਿ ਜਦੋਂ ਉਸ ਮੁਲਕ ਦੀ ਜਿਹੜੀ ਆ ਉਹਦੇ ਮੁਤਾਬਕ ਲਿਖੀ ਸਜ਼ਾ ਜੋ ਉਹਦੇ ਉੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਹੈ, ਉਹ ਸਜ਼ਾ ਤੋਂ ਬਾਅਦ ਜਿਹੜਾ ਉਹ ਰਿਹਾਈ ਹੋ ਜਾਣੀ ਚਾਹੀਦੀ। ਹੁਣ ਸਾਡੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਬਹੁਤ ਸਮਾਂ ਵੱਧ ਕਰ ਲਿਆ। ਜਿੱਥੇ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕਰ ਲਓ, ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ, ਉਹਨਾਂ ਦੇ ਕੋਲ ਉਹਨਾਂ ਦੀਆਂ ਮੁਲਾਕਾਤਾਂ ਸਪੈਸ਼ਲ ਹੋ ਜਾਂਦੀਆਂ, ਉਹਨਾਂ ਦੇ ਪਰਿਵਾਰਾਂ ਨੂੰ ਪਿੱਛੋਂ ਕੋਈ ਤੰਗੀ ਨਹੀਂ ਆਉਂਦੀ, ਉਹਨਾਂ ਦੇ ਪਰਿਵਾਰਾਂ ਨੂੰ ਨਾਲ ਮਿਲਾ ਦਿੱਤਾ ਜਾਂਦਾ, ਉਹਨਾਂ ਨੂੰ ਪੈਰੋਲ ਮਿਲ ਜਾਂਦੀ ਆ। ਅਤੇ ਇੱਥੇ ਇਹ ਹਾਲਾਤ ਨੇ, ਪਰਿਵਾਰ ਤੇ ਉਹ ਤਾਂ ਤੰਗੀ ਕੱਟਦੇ ਹੀ ਨੇ, ਪਰਿਵਾਰ ਵੀ ਪਿੱਛੋਂ ਉੱਜੜ ਜਾਂਦੇ ਨੇ। ਪਰਿਵਾਰਾਂ ਦੇ ਕੋਲ ਕੋਈ ਜਿਹੜਾ ਪਿੱਛੇ ਪੈਰਵਾਈ ਕਰਨ ਲਈ, ਵਕੀਲ ਕਰਨ ਵਾਸਤੇ, ਉਹਨਾਂ ਦੀ ਮੁਲਾਕਾਤਾਂ ਕਰਨ ਵਾਸਤੇ, ਮਗਰ ਜਾਣ ਵਾਸਤੇ ਕਿਰਾਏ ਭਾੜੇ ਦੀ ਵੀ ਤੰਗੀ ਹੁੰਦੀ ਹੈ। ਅਜਿਹੇ ਸਮਿਆਂ ਦੇ ਵਿੱਚ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹ ਆਪਣਾ ਫਰਜ਼ ਪਛਾਣਿਆ ਅਤੇ ਫਰਜ਼ ਪਛਾਣ ਕੇ ਉਹ ਫਰਜ਼ਾਂ ਦੀ ਪੂਰਤੀ ਵੀ ਕੀਤੀ। ਕਿਉਂਕਿ ਜਦੋਂ ਜੋਧਪੁਰ ਭੇਜੇ ਗਏ ਨੇ ਸਾਡੇ ਸਿੱਖ ਨੌਜਵਾਨ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਸਾਂ ਲਾਈਆਂ, ਰਾਸ਼ਨ, ਵਕੀਲ ਸਾਹਿਬਾਨ, ਸਾਰਾ ਕੁਝ ਜਿਹੜੇ ਉਹਨਾਂ ਕੇਸਾਂ ਦੀ ਪੈਰਵਾਈ ਕੀਤੀ। ਇਸ ਤਰ੍ਹਾਂ ਬਾਕੀ ਕੇਸਾਂ ਦੀ ਪੈਰਵਾਈ ਵੀ ਸਮੇਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਰਹੀ। ਹੁਣ ਵੀ ਜਿਹੜਾ ਇਹ ਮਸਲਾ ਜਿਹੜਾ ਚੱਲ ਰਿਹਾ, ਇਹਦੇ ਵਿੱਚ ਸਰਕਾਰ ਨਾ ਜਿਸ ਤਰ੍ਹਾਂ ਇੱਕ ਲੋਲੀਪੋਪ ਵਗੈਰਾ, ਜਿਸ ਤਰ੍ਹਾਂ ਆਪਾਂ ਇੱਕ ਊਠ ਦਾ ਬੁੱਲ ਜਿਹਨੂੰ ਕਹਿੰਦੇ ਹਾਂ ਲਟਕਦਾ, ਇਸ ਤਰ੍ਹਾਂ ਦਾ ਇੱਕ ਮਾਹੌਲ ਜਿਹਾ ਬਣਾ ਛੱਡਦੀ ਆ ਹਮੇਸ਼ਾ ਵਾਸਤੇ। ਉਹਦੇ ਵਿੱਚ ਜਦੋਂ ਕੋਈ ਇਲੈਕਸ਼ਨ ਆਉਂਦੀ ਆ, ਕੋਈ ਮਾਹੌਲ ਇਸ ਤਰ੍ਹਾਂ ਦਾ ਬਣਦਾ, ਅਤੇ ਉਦੋਂ ਸਾਰੇ ਲੀਡਰ ਜਿਹੜੇ ਆ ਇਸ ਗੱਲ ਦੀ ਗੱਲ ਕਰਦੇ। ਹੁਣ ਇਹ ਚੱਲ ਰਿਹਾ ਜੀ, ਭਾਈ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦਾ ਜਿਹੜਾ ਉਹ ਇੱਕ ਪੈਰੋਲ 'ਤੇ ਉਹ ਆਏ ਸੀ ਬਾਹਰ, ਅਤੇ ਉਹਦੇ ਤੋਂ ਬਾਅਦ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ, ਕਿਉਂਕਿ ਉਹਦੀ ਬਕਾਇਦਾ ਇੱਕ ਜਿਹੜੀ ਆ ਉਹ ਸਿਕਿਉਰਿਟੀ ਭਰੀ ਹੁੰਦੀ ਆ, ਉਸ ਤੋਂ ਬਾਅਦ ਵਾਪਸ ਜਾਣਾ ਹੁੰਦਾ, ਅਤੇ ਉਹਦੇ ਵਿੱਚ ਜਿਹੜਾ ਉਹ ਮੁੜ ਕੇ ਦੁਬਾਰਾ ਉਹਦੀ ਕਾਰਵਾਈ ਹੁੰਦੀ ਹੈ, ਅਤੇ ਕਾਰਵਾਈ ਹੋਣ ਤੋਂ ਬਾਅਦ ਸੰਬੰਧਿਤ ਅਧਿਕਾਰੀਆਂ ਨੇ, ਸੂਬੇ ਦੇ ਸੰਬੰਧਿਤ ਜਿਹੜਾ ਐਗਜੈਕਟਿਵ ਹੈੱਡ ਆ, ਉਹਦੇ ਰਾਹੀਂ ਉਹਨਾਂ ਨੇ ਜਿਹੜੀ ਉਹ ਪੈਰਵਾਈ ਪੂਰੀ ਕਰਨੀ ਹੁੰਦੀ ਹੈ। ਅੱਜ ਉਹਨਾਂ ਨੂੰ ਅੰਦਰ ਗਿਆ ਨੂੰ ਮੇਰੇ ਖਿਆਲ 24-25 ਦਿਨ ਹੋ ਗਏ ਆ, ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਸ਼ਾਰਾ ਹੋਣਾ, ਅੱਜ ਤੱਕ ਨਹੀਂ ਹੋ ਰਿਹਾ। ਉਹਨੇ ਸਾਈਨ ਕਰਨੇ ਆ ਜਾਂ ਉਹਦੇ ਕਹਿਣ 'ਤੇ ਸਾਈਨ ਹੋਣੇ ਆ, ਅਤੇ ਉਹ ਬਾਹਰ ਇਲੈਕਸ਼ਨ ਲੜਦਾ ਫਿਰਦਾ, ਉਹ ਬੰਨੇ ਵੱਲ ਧਿਆਨ ਹੀ ਨਹੀਂ ਕਰਨ ਡਿਆ ਜੀ। ਇਸ ਤਰ੍ਹਾਂ ਥੋੜ੍ਹੇ ਦਿਨ ਪਹਿਲਾਂ ਤੁਸੀਂ ਯਾਦ ਹੋਊਗਾ ਤੁਹਾਨੂੰ, ਇੱਕ ਨੌਜਵਾਨ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ ਇਹਦੀ ਮੌਤ ਹੋ ਗਈ ਆ, ਉਹਨੂੰ ਕੁੱਟ ਕੇ ਉੱਥੇ ਜਿਹੜਾ ਜੀ ਮਾਰਿਆ। ਜੇ ਆਪਣਾ ਉਹਦੀ ਪੈਰਵਾਈ ਕੀਤੀ ਕਿਸੇ ਨੇ, ਉਹਨਾਂ ਨੂੰ ਥ੍ਰੈਟ ਕੀਤਾ, ਉਸ ਨੌਜਵਾਨ ਦੇ ਸਾਡੇ ਲਾਗੇ ਪਿੰਡ ਹੈ ਜੀ ਖਿੱਦੋਵਾਲੀ, ਸਾਡੇ ਤੋਂ ਤੀਸਰਾ ਚੌਥਾ ਪਿੰਡ ਆ, ਮੈਂ ਤੁਹਾਡੀ ਗੱਲ ਖੋਲ੍ਹ ਕੇ ਕਰਾਂ। ਅਤੇ ਕੁਦਰਤੀ ਗੱਲ, ਜਦੋਂ ਸਾਡਾ ਹੀ ਉਹ ਰਿਸ਼ਤੇਦਾਰ ਵੀ ਸਮਝੋ ਸਾਡੇ ਤੋਂ 5-7 ਸਾਲ ਉਹ ਛੋਟਾ, ਉਹ ਦਿੱਲੀ ਦੰਗਿਆਂ 'ਚ ਇੱਥੋਂ
ਇੱਕ ਵਾਰੀ ਫਿਰ ਪੰਜਾਬ ਆ ਗਏ, ਫਿਰ ਚਲੇ ਗਏ ਜੀ ਉੱਥੇ ਹੀ। ਹੋਇਆ ਇਸ ਤਰ੍ਹਾਂ ਵੀ ਉੱਥੇ ਕੋਈ ਗੁੰਡਾ ਜਿਹੜਾ ਉਹ ਉੱਥੇ ਧੰਦਾ ਕਰਦੇ ਸੀ ਲੋਕ, ਤੇ ਉਹਨਾਂ ਨੇ ਉਹਦੀ ਜਿਹੜੀ ਜਾ ਕੇ ਵਿਰੋਧ ਕੀਤਾ, ਲੜਾਈ ਹੋਈ, ਉਹ ਮਾਰੇ ਗਏ ਜੀ। ਤਿੰਨਾਂ ਭਰਾਵਾਂ ਦੇ ਪਰਚਾ, ਮਾਂ ਵੀ ਨਾਲ ਇਨਵੋਲਵ ਕਰਤੀ, ਜਦੋਂ ਕਿ ਉਹ ਹੈ ਹੀ ਪੰਜਾਬ 'ਚ ਨੇ। ਲੜਾਈ ਉੱਥੇ ਇੱਕ ਦੋ ਜਣਿਆਂ ਦੀ ਹੋਈ। ਉਸ ਤੋਂ ਬਾਅਦ ਉਹਨਾਂ ਨੂੰ ਇੰਨਾ ਉਹਦੀ ਪੈਰਵਾਈ ਕੋਈ RSS ਦਾ ਬੰਦਾ ਕਰਦਾ ਸੀ, ਉਹ ਗੁੰਡੇ ਦੀ ਜਾਂ ਉਹ ਜਨਾਨੀ ਦੀ, ਜਾਂ ਉਹ ਜਿਹੜਾ ਉਹ ਧੰਦਾ ਚੱਲਦਾ ਹੈ, ਅਤੇ ਉਹ ਵੀ ਕਿਤੇ ਜੇਲ੍ਹ 'ਚ ਸੀਗਾ। ਉਹ ਜੇਲ੍ਹ ਦੇ ਵਿੱਚ ਇਹਨਾਂ ਦੇ ਗਲ ਪੈ ਗਿਆ, ਇਹਨਾਂ ਕੋਲੋਂ ਉਹ ਮਾਰਿਆ ਗਿਆ। ਇੱਕ ਕੇਸ ਪਹਿਲਾ, ਦੂਸਰਾ ਇਹ। ਦੋਵਾਂ ਕੇਸਾਂ ਦੇ ਵਿੱਚ ਜਿਹੜਾ ਉਹ ਸਜ਼ਾ ਭੁਗਤ ਰਹੇ ਸਨ। ਬੰਦਾ ਪੁੱਛੇ ਵੀ ਉਹ ਹਾਲਾਤ ਇਸ ਤਰ੍ਹਾਂ ਦੇ ਬਣੇ, ਕਿਹੜਾ ਉਹਨਾਂ ਦੀ ਨਾ ਉਹ RSS ਨਾਲ ਉਹਨਾਂ ਦਾ ਕੋਈ ਦੁਖੀ, ਨਾ ਉਹਦੇ ਨਾਲ ਦੁਖੀ ਜੀ। ਅਤੇ ਜਿੱਥੇ ਕੋਈ ਅਜਿਹਾ ਦੁੱਖ ਨਹੀਂ ਹੁੰਦਾ, ਜਿੱਥੇ ਕੋਈ ਮੋਟਿਵ ਨਹੀਂ, ਜਿੱਥੇ ਕੋਈ ਪ੍ਰੀ ਪਲੈਨ ਨਹੀਂ ਹੈਗਾ, ਅਤੇ ਉੱਥੇ ਜਿਹੜਾ ਉਹ ਕਾਨੂੰਨ ਬੜਾ ਨਰਮ ਰੁਖ ਅਖਤਿਆਰ ਕਰਦਾ। ਪਰ ਸਿੱਖਾਂ ਦੇ ਮਾਮਲੇ 'ਚ ਹਮੇਸ਼ਾ ਰੁਖ ਜਿਹੜਾ ਕਾਨੂੰਨ ਸਖਤ ਤੋਂ ਸਖਤ ਅਖਤਿਆਰ ਕਰਦਾ। ਉਸ ਵੀਰ ਦੇ ਜਦੋਂ ਇੱਥੇ ਉਹ ਭੋਗ 'ਤੇ ਆਏ, ਪਿੰਡ ਹੀ ਭੋਗ ਪਾਉਣਾ ਸੀ ਉਹਨਾਂ ਨੇ, ਅਤੇ ਉੱਥੇ ਸਾਰੇ ਹਾਲਾਤ ਪਤਾ ਲੱਗੇ ਵੀ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਉੱਥੇ ਸਿੱਖ ਕੈਦੀਆਂ ਨਾਲ ਕੀ ਵਰਤ ਰਿਹਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਲੰਮਾ ਸਮਾਂ ਰਹੇ ਨੇ, ਅਤੇ ਇਹਨਾਂ ਦੇ ਨਾਲ ਹੀ ਭਾਈ ਗੁਰਦੀਪ ਸਿੰਘ ਜਿਲਪੁਰ ਖਹਿੜਾ, ਉਹ ਅੱਜ ਵੀ ਅਜੇ ਉੱਥੇ ਆਪਣਾ ਗੁਲਬਰਗਾ ਜੇਲ੍ਹ ਦੇ ਵਿੱਚ ਹੀ, ਉੱਥੋਂ ਬਾਅਦਾਂ ਇਹ ਟਰਾਂਸਫਰ ਹੋਏ ਇੱਥੇ ਨਾਭਾ, ਹੁਣ ਸ਼ਾਇਦ ਇੱਥੇ ਆ। ਅਸੀਂ ਬੜੀ ਲੰਮੀ ਪੈਰਵਾਈ ਕੀਤੀ, ਕਿਉਂਕਿ ਭਾਈ ਗੁਰਦੀਪ ਸਿੰਘ ਦਾ ਮੇਰੇ ਨਾਲ ਬੜਾ ਪਿਆਰ ਸੀ। ਅਤੇ ਜਦੋਂ ਉਹ ਪੈਰਵਾਈ ਕਰਦਿਆਂ ਜਿਹਦੇ ਵਿੱਚ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਭਾਜਪਾ ਦੀ ਸਰਕਾਰ ਸਾਂਝੀ ਸੀ, ਅਤੇ ਉਸ ਵੇਲੇ ਅਸੀਂ ਭੈਣ ਜੀ ਹਰਸਿਮਰਤ ਕੌਰ ਬਾਦਲ ਨਾਲ, ਸਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਕੇ, ਅਤੇ ਉਹਨਾਂ ਦੀਆਂ ਇਹਨਾਂ ਦੀਆਂ ਇੱਧਰ ਜੇਲ੍ਹਾਂ ਤਬਦੀਲ ਕਰਵਾਈਆਂ ਸਨ। ਪਰ ਰਿਲੀਫ ਫਿਰ ਵੀ ਪੂਰੀ ਨਹੀਂ ਸੀ ਮਿਲ ਸਕੀ, ਕਿਉਂਕਿ ਜਿਹੜੀਆਂ ਏਜੰਸੀਆਂ ਨੇ ਬੜੇ ਅੜਿੱਕੇ ਪਾਉਂਦੀਆਂ ਨੇ। ਉਹ ਕਈ ਵਾਰੀ ਰਾਜਨੀਤਿਕ ਤੌਰ 'ਤੇ ਹੋਇਆ ਫੈਸਲਿਆਂ ਨੂੰ ਵੀ ਲਾਗੂ ਹੋਣ ਦੇ ਵਿੱਚ ਅੜਿੱਕੇ ਪਾਉਂਦੀਆਂ ਨੇ। ਅੱਜ ਵੀ ਇਹਨਾਂ ਨੌਜਵਾਨਾਂ ਦੀਆਂ ਜਿਹੜੀਆਂ ਅੱਜ ਬਿਰਧ ਹੋ ਚੁੱਕੇ ਨੇ, ਉਹਨਾਂ ਦੀ ਰਿਹਾਈ ਵਾਸਤੇ, ਉਹਨਾਂ ਦੀ ਪਰਮਾਨੈਂਟ ਰਿਹਾਈ ਵਾਸਤੇ ਜਿਹੜਾ ਥੋੜ੍ਹੇ ਦਿਨ ਪਹਿਲਾਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਨਾਲ ਅਸੀਂ ਸਾਰਿਆਂ ਇਕੱਠਿਆਂ ਹੋ ਕੇ ਸਲਾਹ ਕਰਕੇ, ਅਤੇ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ, ਕਿਉਂਕਿ ਇਹ ਫੈਸਲੇ ਜਿਹੜੇ ਆ ਨਾ, ਇਹਨਾਂ ਚੀਜ਼ਾਂ ਦੇ ਲੈਣ ਦੀ ਜਿਹੜੀ ਆ ਉਹ ਗ੍ਰਹਿ ਮੰਤਰੀ ਨੂੰ ਪਾਵਰ ਹੁੰਦੀ ਆ ਜੀ। ਉਹਨਾਂ ਨੂੰ ਇੱਕ ਲੈਟਰ ਲਿਖੀ ਆ ਕਿ ਅਸੀਂ ਬਤੌਰ ਡੈਪੂਟੇਸ਼ਨ ਮਿਲਣਾ ਚਾਹੁੰਦੇ ਹਾਂ, ਅਤੇ ਡੈਪੂਟੇਸ਼ਨ ਦੇ ਤੌਰ 'ਤੇ ਮਿਲ ਕੇ ਅਸੀਂ ਇਹ ਸਾਰੇ ਮਾਮਲੇ ਉਹਨਾਂ ਨਾਲ ਜਿਹੜੇ ਆ ਉਹ ਡਿਸਕਸ ਕਰਕੇ, ਅਤੇ ਇਹ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਨਜਿੱਠਣਾ ਚਾਹੁੰਦੇ, ਨਿਬੇੜਨਾ ਚਾਹੁੰਦੇ ਆ। ਇਹ ਬੜਾ ਜ਼ਰੂਰੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ 'ਚ ਆਪਣੇ ਸਾਰੇ ਯਤਨ ਕਰ ਰਹੀ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗ੍ਰਹਿ ਮੰਤਰੀ ਦੇਸ਼ ਦੇ ਅਮਿਤ ਸ਼ਾਹ ਜੀ, ਉਹਨਾਂ ਨਾਲ ਤੁਸੀਂ ਗੱਲ ਕਰਨ ਦਾ ਯਤਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤਾਂ ਕਿ ਅੱਗੋਂ ਕੀ ਰਿਸਪੌਂਸ ਮਿਲਿਆ ਕੋਈ ਤੁਹਾਨੂੰ? ਅਜੇ ਤੱਕ ਉਹ ਉੱਧਰੋਂ ਰਿਸਪੌਂਸ ਆਇਆ ਨਹੀਂ ਗਾ, ਪਰ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹ ਲੰਮਾ ਕਰ ਸਕਦੇ ਆ। ਉਹ ਸਾਡੀ ਇਸ ਰਿਪਰਜੈਂਟੇਸ਼ਨ ਨੂੰ, ਸਾਡੀ ਇਸ ਪੱਤਰ ਨੂੰ ਮਨ੍ਹਾ ਵੀ ਕਰ ਸਕਦੇ ਆ, ਪਰ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ, ਕਿਉਂਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਨੇ। ਉਹ ਕਿਸੇ ਪਾਰਟੀ ਦੇ ਨੁਮਾਇੰਦੇ ਵਜੋਂ ਜਿਹੜੀ ਆ ਉਹ ਉਹਨਾਂ ਦੀ ਰਾਜਨੀਤਿਕ ਗੱਲ ਆ, ਪਰ ਦੇਸ਼ ਦੇ ਗ੍ਰਹਿ ਮੰਤਰੀ ਹੁੰਦਿਆਂ ਉਹਨਾਂ ਦੀ ਇੱਕ ਸੰਵਿਧਾਨਕ ਜ਼ਿੰਮੇਵਾਰੀ। ਜੀ ਸਰ, ਤੁਸੀਂ ਐਡਵੋਕੇਟ ਹੋ, ਤੁਹਾਨੂੰ ਜ਼ਿਆਦਾ ਕਾਨੂੰਨੀ ਦਾਅ ਪੇਚਾਂ ਦਾ ਪਤਾ ਵਾ। ਇਹ ਕਾਰਨ ਕੀ ਬਣਦਾ ਹੈ, ਅਤੇ ਕੀ ਇਹ ਹੋਰਾਂ ਦੇਸ਼ਾਂ ਵਿੱਚ ਵੀ ਇੱਦਾਂ ਹੁੰਦਾ ਕਿ ਭਾਰਤ ਵਿੱਚ ਇਹ ਚੀਜ਼ ਕਿ ਕੈਦੀ ਦੀ ਸਜ਼ਾ ਪੂਰੀ ਹੋ ਗਈ, ਉਹ ਫਿਰ ਵੀ ਜੇਲ੍ਹ ਵਿੱਚ ਹੈ, ਕੈਸਾ ਡਰ ਹੁੰਦਾ ਉਹਦੇ ਤੋਂ? ਕੋਈ ਡਰ ਨਹੀਂ ਹੁੰਦਾ ਜੀ, ਕੋਈ ਡਰ ਨਹੀਂ ਹੁੰਦਾ। ਜਿਹੜੇ ਏਡੇ ਅਪਰਾਧੀ ਨੇ, ਜਿਹੜੇ ਅੱਜ ਵੀ ਆਹ ਵੇਖੋ, ਇੱਕ ਜਿਹੜੀ ਆ ਨਾ ਸਮਾਜਿਕ ਭਾਈਚਾਰੇ ਨੂੰ, ਸਮਾਜਿਕ ਸਾਂਝ ਨੂੰ ਅੱਗ ਲਾਉਣ ਵਾਲੀ ਘਟਨਾ ਵਾਪਰ ਰਹੀਆਂ, ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਨਾ, ਇਹ ਪ੍ਰਵੋਕ ਕੀਤਾ ਜਾ ਰਿਹਾ। ਇਹ ਜਿਹੜਾ ਨਾ ਮਤਲਬ ਵੀ ਜਿਸ ਤਰ੍ਹਾਂ ਬੰਦੇ ਨੂੰ ਅੱਗ ਲਾਈ ਜਾਂਦੀ ਹੈ, ਅਤੇ ਇਹ ਲੋਕ ਸਾਹਮਣੇ ਨੇ ਜਿਹੜੇ ਕਰ ਰਹੇ ਨੇ। ਇਹਨਾਂ ਦੇ ਖਿਲਾਫ ਸਰਕਾਰ ਦਾ ਕੋਈ ਏਜੰਸੀ ਨਹੀਂ ਕੰਮ ਕਰ ਰਹੀ, ਕੋਈ ਗੱਲ ਨਹੀਂ ਕਰ ਰਹੀ। ਹਾਂ ਚਲੋ ਮੰਨਿਆ, ਇੱਥੋਂ ਅਜੇ ਤੱਕ ਸਬੂਤ ਨਹੀਂ ਕੋਈ ਮਿਲਿਆ। ਜਿਹੜੇ ਮੁੰਡੇ ਨੇ ਉੱਥੇ ਆਪਣਾ ਦਰਬਾਰ ਸਾਹਿਬ ਕੀਤੀ, ਪਰ ਕੀ ਗੱਲ ਉਹਨੂੰ ਕਿਸੇ ਨੇ ਨਹੀਂ ਪਛਾਣਿਆ। ਨੈਸ਼ਨਲ ਮੀਡੀਆ 'ਤੇ ਉਹਦੀਆਂ ਫੋਟੋਆਂ ਗਈਆਂ ਨੇ, ਉਹਦੀਆਂ ਸਾਰੇ ਥਾਂ ਗਈਆਂ ਨੇ। ਜੇ ਕਿਸੇ ਨੇ ਉਹਨੂੰ ਪਛਾਣਿਆ ਤਾਂ ਉਹ ਚੁੱਪ ਕਰਕੇ ਸ਼ਹਿ ਮਾਰ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜਿਹੜੀਆਂ ਇੱਥੇ ਸਵਾਲ ਸਰਕਾਰ ਦੇ ਖਿਲਾਫ, ਸਰਕਾਰ ਦੀਆਂ ਏਜੰਸੀਆਂ ਦੇ ਖਿਲਾਫ, ਸਰਕਾਰ ਦੀ ਇੱਛਾ ਸ਼ਕਤੀ ਦੇ ਖਿਲਾਫ ਵੀ ਜਿਹੜਾ ਸਵਾਲ ਖੜ੍ਹਾ ਹੁੰਦਾ। ਅਤੇ ਜਿੱਥੇ
ਸਾਡੇ ਨੌਜਵਾਨਾਂ ਦੇ ਤਾਂ ਕੋਈ ਨੌਜਵਾਨ ਇਹਨਾਂ ਨਾਲ ਨਿੱਜੀ ਤੌਰ 'ਤੇ ਰੰਜ ਕੋਈ ਦੁਸ਼ਮਣੀ ਵੀ ਨਹੀਂ। ਆਹ ਹੁਣ ਜੈਲਪੁਰ ਖੈੜਾ ਜੀ ਗੁਰਦੀਪ ਸਿੰਘ, ਇਹ ਨਾ ਕਦੀ ਬਿਦਰ ਗਿਆ, ਨਾ ਇਹਦਾ ਉਹਨਾਂ ਨਾਲ ਕੋਈ ਦੁੱਖ, ਨਾ ਉਹਨਾਂ ਨਾਲ ਰੰਜ। ਇਸ ਬੰਦੇ ਦੇ ਖਿਲਾਫ ਇਹ ਇਲਜ਼ਾਮ ਆ ਵੀ ਜਦੋਂ ਬਿਦਰ 1984 ਦੇ ਦੰਗਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਅੱਗਾਂ ਲਾਈਆਂ ਗਈਆਂ ਅਤੇ ਖੂਹ 'ਚ ਸੁੱਟ ਕੇ ਮਾਰੇ ਗਏ, ਉਹਦੇ ਤੋਂ ਬਾਅਦ ਜਿਹੜਾ ਉਹਨਾਂ ਦੰਗਿਆਂ ਦੀ ਅਗਵਾਈ ਕਰ ਰਿਹਾ ਸੀ ਉਹਦਾ ਬਿਦਰ ਦੇ ਵਿੱਚ ਇੱਕ ਸਿਨੇਮਾ ਸੀ, ਅਤੇ ਇਹਨਾਂ ਨੌਜਵਾਨਾਂ ਨੇ ਜਾ ਕੇ ਉਸ ਸਿਨੇਮੇ ਦੇ ਵਿੱਚ ਬਲਾਸਟ ਕੀਤਾ। ਕੁਦਰਤੀ ਗੱਲ, ਕਾਂਗਰਸ ਨਾਲ ਸੰਬੰਧਿਤ ਬੰਦਾ ਸੀ ਜੀ, ਉਹਦੇ ਤੋਂ ਬਾਅਦ ਬੜੀ ਛੇਤੀ ਇਹ ਲੱਭ ਲਏ ਇਹ ਕਿਹੜੇ ਬੰਦੇ ਨੇ। ਇਹਨਾਂ ਨੂੰ ਲੱਭਣ ਤੋਂ ਬਾਅਦ ਇਹਨਾਂ ਦੀਆਂ ਸਜ਼ਾਵਾਂ ਵੀ ਕਰ ਦਿੱਤੀਆਂ। ਹੁਣ ਬਿਦਰ ਤੋਂ ਮੇਰੇ ਖਿਆਲ 76 ਕਿਲੋਮੀਟਰ ਅੱਗੇ ਜਾ ਕੇ ਗੁਲਬਰਗਾ ਜੇਲ੍ਹ ਆ, ਅਤੇ ਗੁਲਬਰਗਾ ਜੇਲ੍ਹ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਤੇ ਕੀ ਜਾਣਾ ਜੀ। ਉੱਥੇ ਮੇਰਾ ਖਿਆਲ ਹੈ ਵੀ ਕੋਈ ਉੱਧਰਲੇ ਇਲਾਕੇ ਦੇ ਸਿੱਖ ਵੀ ਜਾ ਕੇ ਉਹਦੀ ਪੈਰਵਾਈ ਨਹੀਂ ਕਰ ਸਕੇ, ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਮੈਨੂੰ ਇੱਕ ਵਾਰੀ ਉਹਨੇ ਜੇਲ੍ਹ 'ਚੋਂ ਕਿਸੇ ਤਰ੍ਹਾਂ ਰਿਕੁਐਸਟ ਕੀਤੀ ਸੁਪਰਡੈਂਟ ਨਾਲ, ਜਾਂ ਕਿਸੇ ਤਰ੍ਹਾਂ ਉਹਨੇ ਗੱਲ ਕੀਤੀ ਮੇਰੇ ਨਾਲ ਕਿ ਮੇਰੇ ਆਹ ਹਾਲਾਤ ਨੇ। ਇੱਥੇ ਸਾਡੇ ਆਜ਼ਾਦ ਧਰਮਵੀਰ ਸਿੰਘ ਚੰਡੀਗੜ੍ਹ ਫੈਡਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀ, ਉਹਨਾਂ ਦਾ ਤਿੰਨਾਂ ਭਰਾਵਾਂ ਦੇ ਵੱਖ-ਵੱਖ ਪਰਚੇ ਦਰਜ ਕਰਤੇ, ਅਤੇ ਧਰਮਵੀਰ ਸਿੰਘ ਨੂੰ ਜੋੜ ਕੇ ਵੀ ਇਹ ਭਾਈ ਤਲਵਿੰਦਰ ਸਿੰਘ ਬੱਬਰ ਦੇ ਸਾਥੀ ਨੇ, ਅਤੇ ਉਹਨਾਂ ਨੂੰ ਇੱਥੋਂ ਚੁੱਕਿਆ ਜੰਮੂ ਲੈ ਗਏ। ਜੰਮੂ ਉਹਨਾਂ ਦੇ ਉੱਤੇ ਆਪਣੇ ਇੱਥੇ NSA ਲੱਗਦੀ ਆ, ਉੱਥੇ ਪਤਾ ਨਹੀਂ ਉਹ ਕਿਹੜਾ NSA ਸ਼ਾਇਦ ਲਾਈ ਜਾਂ RSA ਲਾਈ, ਉਹਨਾਂ ਨੂੰ ਜੋਧਪੁਰ ਜੇਲ੍ਹ ਭੇਜਤਾ ਜੀ। ਮੇਰੇ ਉਹ ਮਿੱਤਰ ਸਨ, ਮੈਨੂੰ ਜੋਧਪੁਰ ਜੇਲ੍ਹ 'ਚੋਂ ਉਹਨਾਂ ਦੀ ਇੱਕ ਚਿੱਠੀ ਆਈ ਵੀ ਠੰਡ ਵੀ ਵੱਧ ਗਈ ਆ ਅਤੇ ਕਛਹਿਰੇ ਵੀ ਫਟ ਗਏ ਨੇ। ਸਰਕਾਰ ਦੀ ਤੁਸੀਂ ਇਹ ਵੇਖ ਲਓ ਵੀ ਕਿੱਡੀ ਬਦਨੀਤੀ ਆ। ਕਛਹਿਰੇ ਜਿਹੜੀ ਸਾਡਾ ਧਾਰਮਿਕ ਜਿਹੜਾ ਕਕਾਰ ਆ ਪ੍ਰੋਵਾਈਡ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਉਹਨੂੰ ਉੱਥੋਂ ਲਿਆ ਕੇ ਜੰਮੂ ਜੇਲ੍ਹ 'ਚ ਲਿਆਂਦਾ। ਜੰਮੂ ਜੇਲ੍ਹ 'ਚੋਂ ਕਿਸੇ ਨਾ ਕਿਸੇ ਰਿਮਾਂਡ 'ਤੇ ਲਿਆ ਜਾਂ ਕਿਸ ਤਰ੍ਹਾਂ ਉਹਨੂੰ ਕੱਢਿਆ ਬਾਹਰ, ਅਤੇ ਬਾਰਡਰ 'ਤੇ ਜਾ ਕੇ ਮੁਕਾਬਲਾ ਬਣਾ ਕੇ ਸ਼ਹੀਦ ਕਰਤਾ। ਇਹ ਬੜੀਆਂ ਵੱਡੀਆਂ ਦਾਸਤਾਨਾਂ ਨੇ, ਅਸੀਂ ਕਿਹੜੀਆਂ ਸਾਂਝੀਆਂ ਕਰੀਏ, ਪਰ ਅਸੀਂ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ, ਕਿਉਂਕਿ ਜਿੰਨਾ ਕੁ ਸਮਰੱਥਾ ਪਹਿਲਾਂ ਬਣਦੀ ਰਹੀ ਉਨੀ ਕਰਦੇ ਰਹੇ ਹਾਂ, ਅਤੇ ਹੁਣ ਵੀ ਸ਼੍ਰੋਮਣੀ ਕਮੇਟੀ ਦੇ ਬਤੌਰ ਮੈਂਬਰ ਹੋਣ ਕਰਕੇ ਹਮੇਸ਼ਾ ਇਹ ਯਤਨ ਰਹਿੰਦਾ ਕਿ ਅਸੀਂ ਜਿਹੜੀ ਆ ਇਹਦੀ ਪੈਰਵਾਈ ਜਿੰਨੀ ਹੋ ਸਕੇ ਕਰੀਏ। ਭਾਈ ਹਵਾਰਾ, ਉਹਨਾਂ ਦੇ ਪਿੱਛੇ ਜਦੋਂ ਡੇਂਗੂ ਤੋਂ ਬਾਅਦ ਸੈੱਲ ਘਟ ਗਏ, ਮੇਰੇ ਖਿਆਲ ਜੇ ਸਿੱਖ ਜਥੇਬੰਦੀਆਂ ਨਾ ਇਹਦੇ 'ਤੇ ਨੋਟਸ ਲੈਂਦੀਆਂ, ਇਹ ਮੁੱਦਾ ਨਾ ਬਣਦਾ, ਅਤੇ ਸ਼ਾਇਦ ਹੋ ਸਕਦਾ ਸੀ ਉਹਨਾਂ ਦੀ ਬਿਮਾਰੀ ਦੇ ਬਹਾਨੇ ਦੇ ਵਿੱਚ ਹੀ ਉਹਨਾਂ ਨੂੰ ਦੀਨ ਦਿਆਲ ਉਪਾਧਿਆਏ ਜਿਹੜਾ ਹਸਪਤਾਲ ਦੇ ਵਿੱਚ ਸ਼ਾਇਦ ਉਹਨਾਂ ਦਾ ਨੁਕਸਾਨ ਕਰ ਦਿੱਤਾ ਜਾਂਦਾ ਹੈ। ਸਰਕਾਰ ਦੇ ਬੜੇ ਲੰਮੇ ਚੌੜੇ ਹੱਥ ਕੰਡੇ ਹੁੰਦੇ। ਅਤੇ ਹੱਲ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ, ਹੱਲ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਹੁਣ ਹੱਲ ਨਿਕਲ ਸਕਦਾ ਹੈ? ਇੱਕ ਸਮੁੱਚੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਨਾ, ਇਹਨਾਂ ਦੇ ਰਾਜਨੀਤਿਕ ਆਪਣੇ ਮਤਭੇਦ ਹੋ ਸਕਦੇ ਨੇ, ਪਰ ਸਮੁੱਚੇ ਤੌਰ 'ਤੇ ਜਿਹੜਾ ਸਾਰੇ ਇਸ ਗੱਲ ਲਈ ਜਿਹੜਾ ਯਤਨ ਕਰ ਰਹੇ ਨੇ, ਸਾਰੇ ਯਤਨ ਕਰ ਰਹੇ ਨੇ, ਅਤੇ ਮੇਰਾ ਖਿਆਲ ਹੈ ਵੀ ਇਹਨਾਂ ਯਤਨਾਂ ਨੂੰ ਬੂਰ ਜ਼ਰੂਰ ਪਊਗਾ, ਇਹਨਾਂ ਦਾ ਫਲ ਜ਼ਰੂਰ ਲੱਗੂਗਾ, ਅਤੇ ਅਸੀਂ ਬਹੁਤ ਥੋੜ੍ਹੇ ਸਮੇਂ 'ਚ ਇਹਨਾਂ ਨੌਜਵਾਨਾਂ ਦੇ, ਇਹਨਾਂ ਜਿਹੜੇ ਸਾਡੇ ਵੀਰ ਬਿਰਧ ਹੋ ਗਏ, ਅਸੀਂ ਬਿਰਧ ਹੋ ਗਏ ਹਨ, ਅਸੀਂ ਉਹਨਾਂ ਦੀ ਰਿਹਾਈ ਕਰਵਾਉਣ ਦੇ ਵਿੱਚ ਜਿਹੜਾ ਕਾਮਯਾਬ ਹੋ ਸਕਾਂਗੇ। ਕਿਉਂਕਿ ਇਹ ਹੁਣ ਜਦੋਂ ਆਪਾਂ ਜਿਹੜੇ ਸਾਡੇ ਕਾਨੂੰਨੀ ਹੈਗੇ ਨੇ ਨਾ, ਜਿਹੜੇ ਅਸੀਂ ਤਰੀਕੇ ਵਰਤ ਸਕਦੇ ਹਾਂ, ਉਹਨਾਂ ਵਾਸਤੇ ਅਸੀਂ ਯਤਨ ਕਰ ਰਹੇ ਹਾਂ, ਜਿਹਦੇ ਸੰਬੰਧ ਵਿੱਚ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹ ਪਹਿਲਾਂ ਸਮੇਂ-ਸਮੇਂ 'ਤੇ ਵੀ ਯਤਨ ਹੁੰਦੇ ਰਹਿੰਦੇ ਆ। ਹੁਣ ਵੀ ਅਸੀਂ ਜਿਹੜਾ ਉਹ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ ਜਿਹੜਾ ਉਹ ਸਮਾਂ ਲਿਆ, ਆਪਣਾ ਪੱਖ ਹੀ ਪੂਰਾ ਠੋਸ ਤਰੀਕੇ ਨਾਲ ਉੱਥੇ ਰੱਖਾਂਗੇ, ਪੂਰੀ ਤਰੀਕੇ ਨਾਲ ਰੱਖਾਂਗੇ, ਅਤੇ ਇਹ ਵੀ ਹਵਾਲੇ ਦਿਆਂਗੇ ਵੀ ਕਿਹੜਾ ਬੰਦਾ ਕਿੰਨੇ ਸਮੇਂ ਸਮੇਂ ਬਾਅਦ ਫਲਾਣਾ ਅਪਰਾਧੀ ਜਿਹੜਾ ਉਹ ਫਲਾਣੇ ਅਪਰਾਧ 'ਚੋਂ ਪਰਮਾਨੈਂਟ ਜਿਹੜਾ ਉਹ ਪਰੋਲ ਲੈ ਗਿਆ, ਜਾਂ ਉਹਦੀ ਜਿਹੜੀ ਆ ਸਜ਼ਾ ਤੋਂ ਬਾਅਦ ਉਹਨੂੰ ਉਹਦੇ ਘਰ ਭੇਜ ਦਿੱਤਾ। ਅਸੀਂ ਵੀ ਚਾਹੁੰਦੇ ਹਾਂ ਵੀ ਇਹ ਸਾਡੇ ਪਰਿਵਾਰ, ਸਾਡੇ ਵੀਰ ਜਿਹੜੇ ਆ ਆਪਣੇ ਪਰਿਵਾਰਾਂ 'ਚ ਵਾਪਸ ਆਉਣ। ਇਹ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੇਨਤੀ ਵੀ ਆ ਵੀ ਇਹਦੇ ਵਿੱਚ ਕੌਮੀ ਯਤਨਾਂ ਨੂੰ ਛੇਤੀ ਤੋਂ ਛੇਤੀ ਸਫਲਤਾ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨੇ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਕਿ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਵੀ ਦਿੱਤੀ ਹੈ ਕਿ ਕਿਸ ਤਰ੍ਹਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਧੱਕੇ ਹੋ ਰਹੇ ਨੇ, ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ ਜਾਰੀ ਹੈ, ਅਤੇ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਇਹ ਆਸ ਕਰਦੇ ਹਾਂ ਕਿ ਜਲਦ ਹੀ ਇਹ ਸਿੰਘ ਜਿਹੜੇ ਨੇ ਉਹ ਆਪਣੇ ਪਰਿਵਾਰਾਂ ਵਿੱਚ ਆ ਕੇ ਬੈਠਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।